7 ਮਈ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 7 ਮਈ ਦੇ ਇਤਿਹਾਸ ਬਾਰੇ। 7 ਮਈ 1924 ਨੂੰ ਭਾਰਤੀ ਕ੍ਰਾਂਤੀਕਾਰੀ ਅਲੂਰੀ ਸੀਤਾਰਾਮ ਰਾਜੂ ਨੂੰ ਅੰਗਰੇਜ਼ਾਂ ਨੇ ਦਰਖਤ ਨਾਲ ਬੰਨ੍ਹ ਕੇ ਗੋਲੀ ਮਾਰ ਦਿੱਤੀ ਸੀ। ਸੀਤਾਰਾਮ ਰਾਜੂ 1922 ਤੋਂ ਲੈ ਕੇ 1924 ਤੱਕ ਚੱਲੇ ਰਾਮਪਾ ਵਿਦਰੋਹ ਦੀ ਅਗਵਾਈ ਕਰਨ ਲਈ ਜਾਣੇ ਜਾਂਦੇ ਹਨ। ਅੰਗਰੇਜ਼ਾਂ ਵੱਲੋਂ 1882 ਵਿੱਚ ਮਦਰਾਸ ਫੋਰੈਸਟ ਐਕਟ ਪਾਸ ਕੀਤਾ ਗਿਆ ਸੀ। ਇਸ ਐਕਟ ਦੇ ਤਹਿਤ ਸਥਾਨਕ ਕਬੀਲਿਆਂ ਦੇ ਜੰਗਲਾਂ ਵਿੱਚ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਅੰਗਰੇਜ਼ ਸਰਕਾਰ ਦੀ ਇਸ ਹਰਕਤ ਪ੍ਰਤੀ ਲੋਕਾਂ ਵਿੱਚ ਕਾਫੀ ਗੁੱਸਾ ਸੀ, ਪਰ ਉਹ ਕੁਝ ਨਾ ਕਰ ਸਕੇ। ਅਜਿਹੇ ਵਿੱਚ ਸੀਤਾਰਾਮ ਰਾਜੂ ਨੇ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਬ੍ਰਿਟਿਸ਼ ਰਾਜ ਦੇ ਖਿਲਾਫ ਬਗਾਵਤ ਸ਼ੁਰੂ ਕਰ ਦਿੱਤੀ। 1922 ਵਿੱਚ ਸ਼ੁਰੂ ਹੋਈ ਇਸ ਲੜਾਈ ਨੂੰ ਰਾਮਪਾ ਵਿਦਰੋਹ ਕਿਹਾ ਜਾਂਦਾ ਸੀ। ਸੀਤਾਰਾਮ ਰਾਜੂ ਨੇ ਆਂਧਰ ਪ੍ਰਦੇਸ਼ ਦੇ ਪੂਰਬੀ ਘਾਟ ਖੇਤਰ ਵਿੱਚ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਇੱਕ ਗੁਰੀਲਾ ਯੁੱਧ ਦੀ ਅਗਵਾਈ ਕੀਤੀ। ਪਰ 7 ਮਈ 1924 ਨੂੰ ਬ੍ਰਿਟਿਸ਼ ਫੌਜ ਨੇ ਸੀਤਾਰਾਮ ਰਾਜੂ ਨੂੰ ਚਿਤਪੱਲੀ ਦੇ ਜੰਗਲ ਵਿੱਚ ਘੇਰ ਲਿਆ। ਸੀਤਾਰਾਮ ਰਾਜੂ ਨੂੰ ਫੜ ਕੇ ਨੇੜਲੇ ਪਿੰਡ ਕੋਯੂਰੀ ਲੈ ਜਾਇਆ ਗਿਆ। ਇੱਥੇ ਉਹਨਾਂ ਨੂੰ ਦਰਖਤ ਨਾਲ ਬੰਨ੍ਹ ਕੇ ਲੋਕਾਂ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਲੂਰੀ ਸੀਤਾਰਾਮ ਰਾਜੂ ਦੀ ਗੁਰੀਲਾ ਰਣਨੀਤੀ ਨੂੰ ਅੰਗਰੇਜ਼ਾਂ ਨੇ ਵੀ ਸਵੀਕਾਰ ਕੀਤਾ ਸੀ। ਇਸ ਲਈ ਉਹਨਾਂ ਨੂੰ ਮੰਨਿਓ ਵੀਰਡੂ ਯਾਨੀ ਕਿ ਜੰਗਲ ਦੇ ਮਹਾਨਾਇਕ ਕਿਹਾ ਜਾਣ ਲੱਗਾ। 4 ਜੁਲਾਈ 2022 ਨੂੰ ਪ੍ਰਧਾਨ ਮੰਤਰੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਆਂਧਰ ਪ੍ਰਦੇਸ਼ ਵਿੱਚ ਉਹਨਾਂ ਦੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਵਿਸ਼ਵ ਪ੍ਰਸਿੱਧ ਕਵੀ, ਸਾਹਿਤਕਾਰ, ਦਾਰਸ਼ਨਿਕ ਅਤੇ ਭਾਰਤੀ ਸਾਹਿਤ ਲਈ ਨੋਬਲ ਪੁਰਸਕਾਰ ਜੇਤੂ ਗੁਰਦੇਵ ਰਵਿੰਦਰਨਾਥ ਟੈਗੋਰ ਦਾ ਜਨਮ 7 ਮਈ 1861 ਨੂੰ ਕੋਲਕਾਤਾ 'ਚ ਹੋਇਆ ਸੀ। ਭਾਰਤ ਦਾ ਰਾਸ਼ਟਰੀ ਗੀਤ ਜਨ ਗਣ ਮਨ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਗੀਤ ਅਮਰ ਸੋਨਾਰ ਬੰਗਲਾ ਰਵਿੰਦਰਨਾਥ ਟੈਗੋਰ ਦੀਆਂ ਰਚਨਾਵਾਂ ਦੇ ਅੰਸ਼ ਹਨ। ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ 2200 ਤੋਂ ਵੱਧ ਗੀਤਾਂ ਦੀ ਰਚਨਾ ਕੀਤੀ। ਉਹਨਾਂ ਦੀ ਪਹਿਲੀ ਛੋਟੀ ਕਹਾਣੀ 16 ਸਾਲ ਦੀ ਉਮਰ ਵਿੱਚ ਪ੍ਰਕਾਸ਼ਿਤ ਹੋਈ ਸੀ। ਟੈਗੋਰ ਨੂੰ ਉਹਨਾਂ ਦੀ ਰਚਨਾ ਗੀਤਾਂਜਲੀ ਲਈ ਨੋਬਲ ਪੁਰਸਕਾਰ ਮਿਲਿਆ, ਜੋ ਅਸਲ ਵਿੱਚ ਬੰਗਾਲੀ ਭਾਸ਼ਾ ਵਿੱਚ ਲਿਖੀ ਗਈ ਸੀ। 1913 ਵਿੱਚ ਟੈਗੋਰ ਸਾਹਿਤ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੇ ਪਹਿਲੇ ਗੈਰ ਯੂਰਪੀਅਨ ਅਤੇ ਪਹਿਲੇ ਭਾਰਤੀ ਸਨ। 1901 ਵਿੱਚ ਰਵਿੰਦਰਨਾਥ ਟੈਗੋਰ ਨੇ ਇੱਕ ਓਪਨ 에ਅਰ ਸਕੂਲ ਦੀ ਸਥਾਪਨਾ ਕੀਤੀ। ਇੱਥੇ ਰੁੱਖਾਂ ਦੇ ਹੇਠਾਂ ਕਲਾਸਾਂ ਲਗਾਈਆਂ ਜਾਂਦੀਆਂ ਸੀ ਅਤੇ ਰਵਾਇਤੀ ਗੁਰੂ ਚੇਲੇ ਪ੍ਰਣਾਲੀ ਦੀ ਪਾਲਣਾ ਕੀਤੀ ਜਾਂਦੀ ਸੀ। ਜਿਸ ਤੋਂ ਬਾਅਦ ਉਹਨਾਂ ਨੇ ਇੱਥੇ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਅੱਜ ਇਸ ਦੇ 2 ਕੈਂਪਸ ਹਨ, ਜਿਨ੍ਹਾਂ 'ਚ ਇੱਕ ਕੈਂਪਸ ਸ਼ਾਂਤੀ ਨਿਕੇਤਨ ਵਿੱਚ ਹੈ ਅਤੇ ਦੂਜਾ ਸ਼੍ਰੀ ਨਿਕੇਤਨ 'ਚ ਹੈ। ਸ਼੍ਰੀ ਨਿਕੇਤਨ ਖੇਤੀਬਾੜੀ, ਬਾਲਕ ਸਿੱਖਿਆ, ਪਿੰਡਾਂ, ਕੁਟੀਰ ਉਦਯੋਗਾਂ ਅਤੇ ਦਸਤਕਾਰੀ ਤੇ ਧਿਆਨ ਕੇਂਦਰਿਤ ਕਰਦਾ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਸਥਿਤ ਸ਼੍ਰੀ ਨਿਕੇਤਨ ਨੂੰ ਸਤੰਬਰ 2023 ਵਿੱਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਬਾਰਡਰ ਰੋਡਸ ਆਰਗੇਨਾਈਜੇਸ਼ਨ ਯਾਨੀ ਕਿ BRO ਦੀ ਸਥਾਪਨਾ 7 ਮਈ 1960 ਨੂੰ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਕੀਤੀ ਗਈ ਸੀ। ਇਸ ਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿੱਚ ਹੈ। ਇਹ ਰੱਖਿਆ ਮੰਤਰਾਲੇ ਦੇ ਅਧੀਨ ਇੱਕ ਪ੍ਰਮੁੱਖ ਸੜਕ ਨਿਰਮਾਣ ਏਜੰਸੀ ਹੈ। BRO ਦੀ ਸਥਾਪਨਾ ਦਾ ਮਕਸਦ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਅਤੇ ਉੱਤਰੀ ਪੂਰਬ ਦੇ 2 ਦਰਾਡੇ ਖੇਤਰਾਂ ਦੀ ਇੱਕ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਹੈ। BRO ਭਾਰਤ ਦੇ 21 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਮੌਜੂਦ ਹੈ। ਇਹ ਅਫਗਾਨਿਸਤਾਨ, ਭੂਟਾਨ, ਮਿਆਂਮਾਰ ਅਤੇ ਸ਼੍ਰੀਲੰਕਾ ਵਰਗੇ ਮਿੱਤਰ ਦੇਸ਼ਾਂ ਵਿੱਚ ਵੀ ਕੰਮ ਕਰਦਾ ਹੈ। BRO ਸਰਹੱਦੀ ਖੇਤਰਾਂ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੇ ਸਹਿਯੋਗ ਨਾਲ ਕੰਮ ਕਰਦਾ ਹੈ। 7 ਮਈ 1945 ਨੂੰ ਦੂਜੇ ਵਿਸ਼ਵ ਯੁੱਧ ਵਿੱਚ ਜਰਮਨੀ ਨੇ ਬਿਨਾਂ ਸ਼ਰਤ ਆਤਮ ਸਮਰਪਣ ਕਰ ਦਿੱਤਾ ਸੀ। ਜਰਮਨੀ ਦੇ ਤਾਨਾਸ਼ਾਹ ਹਿਟਲਰ ਦੇ ਆਤਮ ਹੱਤਿਆ ਕਰਨ ਤੋਂ ਬਾਅਦ ਜਰਮਨੀ ਨੇ ਸਮਰਪਣ ਦੇ ਕਾਗਜ਼ਾਂ ਤੇ ਦਸਤਖਤ ਕੀਤੇ ਅਤੇ ਇਹ ਫੈਸਲਾ 8 ਮਈ ਤੋਂ ਲਾਗੂ ਹੋ ਗਿਆ ਸੀ। 1939 ਤੋਂ ਲੈ ਕੇ 1945 ਤੱਕ ਦੂਜੇ ਵਿਸ਼ਵ ਯੁੱਧ ਵਿੱਚ 6 ਕਰੋੜ ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਦੇ ਨਾਲ ਹੀ ਯੁੱਧ ਦੇ ਅੰਤ ਦੇ ਨਾਲ 2 ਜ਼ਾਲਮ ਤਾਨਾਸ਼ਾਹਾਂ ਅਡੋਲਫ ਹਿਟਲਰ ਅਤੇ ਬੈਨੀਟੋ ਮੁਸੋਲਿਨੀ ਦਾ ਵੀ ਅੰਤ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਦੂਜਾ ਵਿਸ਼ਵ ਯੁੱਧ ਉਦੋਂ ਸ਼ੁਰੂ ਹੋਇਆ ਸੀ ਜਦੋਂ ਹਿਟਲਰ ਦੀ ਅਗਵਾਈ ਵਿੱਚ ਨਾਜ਼ੀ ਜਰਮਨੀ ਨੇ 1 ਸਤੰਬਰ 1939 ਨੂੰ ਪੋਲੈਂਡ ਉੱਤੇ ਹਮਲਾ ਕੀਤਾ ਸੀ। ਬ੍ਰਿਟੇਨ ਅਤੇ ਫਰਾਂਸ ਨੇ ਪੋਲੈਂਡ ਦੀ ਪ੍ਰਭੂਸੱਤਾ ਦੀ ਗਾਰੰਟੀ ਦਿੱਤੀ। ਇਸ ਲਈ ਉਹਨਾਂ ਨੇ 3 ਸਤੰਬਰ 1939 ਨੂੰ ਜਰਮਨੀ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਸੀ। ਦੂਜਾ ਵਿਸ਼ਵ ਯੁੱਧ 2 ਸਤੰਬਰ 1945 ਨੂੰ ਖਤਮ ਹੋਇਆ ਜਦੋਂ ਸੰਯੁਕਤ ਰਾਜ ਅਮਰੀਕਾ ਦੁਆਰਾ ਹੀਰੋਸ਼ੀਮਾ ਅਤੇ ਨਾਗਾਸਾਕੀ ਤੇ ਪਰਮਾਣੂ ਬੰਬ ਸੁੱਟਣ ਤੋਂ ਬਾਅਦ ਜਾਪਾਨ ਨੇ ਅਧਿਕਾਰਤ ਤੌਰ ਤੇ ਆਤਮ ਸਮਰਪਣ ਕਰ ਦਿੱਤਾ। 7 ਮਈ 1994 ਨੂੰ ਨਾਰਵੇ ਦੇ ਚਿੱਤਰਕਾਰ ਐਡਵਰਡ ਮੁੰਚ ਦੀ ਮਸ਼ਹੂਰ ਪੇਂਟਿੰਗ ਦ ਸਕ੍ਰੀਮ ਓਸਲੋ ਦੇ ਨੈਸ਼ਨਲ ਮਿਊਜ਼ੀਅਮ ਆਫ ਆਰਟ 'ਚ ਚੋਰੀ ਹੋਣ ਤੋਂ ਲਗਭਗ 3 ਮਹੀਨਿਆਂ ਬਾਅਦ ਬਰਾਮਦ ਕੀਤੀ ਗਈ ਸੀ। ਇਹ ਪੇਂਟਿੰਗ 2 ਫਰਵਰੀ 1994 ਨੂੰ ਚੋਰੀ ਹੋ ਗਈ ਸੀ। ਉਨੀ ਦਿਨੇ ਨਾਰਵੇ ਵਿੱਚ ਵਿੰਟਰ ਓਲੰਪਿਕ ਦਾ ਆਯੋਜਨ ਕੀਤਾ ਗਿਆ ਸੀ, ਜਿਸ ਕਾਰਨ ਵਿੰਟਰ ਓਲੰਪਿਕ ਵਿੱਚ ਸਾਰੀ ਸੁਰੱਖਿਆ ਰੁੱਝੀ ਹੋਈ ਸੀ। ਇਸ ਲਈ ਚੋਰਾਂ ਲਈ ਇਸ ਤੋਂ ਵਧੀਆ ਚੋਰੀ ਦਾ ਮੌਕਾ ਕੀ ਹੋ ਸਕਦਾ ਸੀ। 12 ਫਰਵਰੀ ਨੂੰ 2 ਚੋਰਾਂ ਨੇ ਓਸਲੋ ਦੇ ਨੈਸ਼ਨਲ ਮਿਊਜ਼ੀਅਮ ਆਫ ਆਰਟ ਵਿੱਚ ਦਾਖਲ ਹੋ ਕੇ ਸ਼ੀਸ਼ੇ ਦੀ ਬਾਰੀ ਤੋੜ ਦਿੱਤੀ ਅਤੇ ਪੇਂਟਿੰਗ ਚੋਰੀ ਕਰ ਫਰਾਰ ਹੋ ਗਏ।
ਚੋਰਾਂ ਨੇ ਸਿਰਫ 50 ਸੈਕਿੰਡ ਵਿੱਚ ਆਪਣਾ ਕੰਮ ਪੂਰਾ ਕਰ ਲਿਆ ਸੀ। ਨਾਲ ਹੀ ਚੋਰ ਆਪਣੇ ਪਿੱਛੇ ਇੱਕ ਨੋਟ ਵੀ ਛੱਡ ਕੇ ਸਨ, ਜਿਸ 'ਚ ਲਿਖਿਆ ਸੀ, ਬਹੁਤ ਖਰਾਬ ਸੁਰੱਖਿਆ ਪ੍ਰਣਾਲੀ ਲਈ ਧੰਨਵਾਦ।